ਹੈਲੋ ਗਾਇਸ, ਵੈਲਕਮ ਟੂ ਜੀਕੇ ਪਾਠਸ਼ਾਲਾ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹੜੇ ਪੰਜਾਬ PCS ਦੀਆਂ ਪੋਸਟ ਨਿਕਲੀਆਂ। ਟੋਟਲ 77 ਪੋਸਟਾਂ ਨੇ। ਅਫੀਸ਼ੀਅਲ ਨੋਟੀਫਿਕੇਸ਼ਨ ਆ ਗਈ ਹੈ ਜੀ, ਤੁਸੀਂ ਅਪਲਾਈ ਕਰ ਸਕਦੇ ਹੋ। ਆਪਾਂ ਇਹਦਾ ਡਿਟੇਲ ਸਾਰਾ ਕੁਝ ਦੱਸਾਂਗੇ ਤੁਹਾਨੂੰ ਇਸ ਬਾਰੇ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪੋਸਟਾਂ ਕੱਢੀਆਂ। ਟੋਟਲ 77 ਪੋਸਟਾਂ ਨੇ ਅਤੇ ਇਹਦੇ ਵਿੱਚ ਦੇਖੋ ਹੁਣ ਨੇਮ ਆਫ ਪੋਸਟਾਂ ਕਿਹੜੀਆਂ ਨੇ। ਸਭ ਤੋਂ ਪਹਿਲਾਂ ਹੈਗੀਆਂ ਪੰਜਾਬ ਸਿਵਲ ਸਰਵਿਸ ਪੋਸਟ, ਇਹਦੀਆਂ ਕਿੰਨੀਆਂ 20 ਪੋਸਟਾਂ ਨੇ। ਅਤੇ ਡਿਪਟੀ ਸੁਪਰਡੈਂਟ ਆਫ ਪੁਲਿਸ ਦੀਆਂ 26 ਪੋਸਟਾਂ ਨੇ। ਤਹਿਸੀਲਦਾਰ ਦੀਆਂ 5 ਪੋਸਟਾਂ। ਫੂਡ ਸਪਲਾਈ ਐਂਡ ਕੰਜ਼ਿਊਮਰ ਅਫੇਅਰ ਆਫਿਸਰ ਦੀਆਂ 2 ਪੋਸਟਾਂ ਨੇ। ਬਲੋਕ ਡਿਵੈਲਪਮੈਂਟ ਐਂਡ ਪੰਚਾਇਤ ਆਫਿਸਰ ਦੀਆਂ 2 ਪੋਸਟਾਂ। ਅਸਿਸਟੈਂਟ ਰਜਿਸਟਰਡ ਕੋਆਪਰੇਟਿਵ ਸੁਸਾਇਟੀਜ਼ ਦੀਆਂ 4 ਪੋਸਟਾਂ। ਲੇਬਰ ਐਂਡ ਕੰਸਲੀਏਸ਼ਨ ਆਫਿਸਰ 2 ਦੀਆਂ 1 ਪੋਸਟਾਂ। ਇੰਪਲੋਇਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ ਆਫਿਸਰ ਦੀਆਂ 7 ਡਿਪਟੀ ਸੁਪਰਡੈਂਟ ਜੇਲ੍ਹ ਦੀਆਂ 10 ਪੋਸਟਾਂ। ਇਹ ਟੋਟਲ ਪੋਸਟਾਂ ਨੇ। ਇਹਦੇ ਵਿੱਚ ਟੋਟਲ ਆਪਣੇ 77 ਪੋਸਟਾਂ ਆਊਟ ਹੋਈਆਂ ਨੇ। ਤੁਸੀਂ ਅਪਲਾਈ ਕਰ ਸਕਦੇ ਹੋ। ਅਤੇ ਨੰਬਰ ਆਫ ਪੋਸਟ ਮੇ ਵੀ ਡਿਕਰੀਜ਼ ਔਰ ਇਨਕਰੀਜ਼ ਬਾਏ ਦਾ ਗਵਰਨਮੈਂਟ। ਇਹ ਪੋਸਟਾਂ ਕੀ ਹੈ, ਰਿਕਰੂਟਮੈਂਟ ਦੇ ਹਿਸਾਬ ਨਾਲ ਵੱਧ ਜਾਂ ਘੱਟ ਵੀ ਸਕਦੀਆਂ ਨੇ। ਇਸ ਵਿੱਚ ਦੇਖੋ ਹੁਣ ਜਰਨਲ ਕੰਪੀਟੀਟਿਵ ਐਗਜ਼ਾਮ ਹੋਊਗਾ। 2 ਪੇਪਰ ਹੋਣਗੇ, ਵਿੱਚ ਇੱਕ ਪ੍ਰੀ ਹੋਊਗਾ, ਇੱਕ ਮੇਨਜ਼ ਪੇਪਰ ਹੋਊਗਾ। ਹੁਣ ਦੇਖੋ ਜਰਨਲੀ PCS 'ਚ ਜਿਵੇਂ 8 ਪੋਸਟਾਂ ਨੇ। DSP ਦੀਆਂ 10 ਪੋਸਟਾਂ। LCO ਦੀਆਂ 1 ਪੋਸਟ ਹੈ। ਜਰਨਲੀ ਟੋਟਲ ਪੋਸਟਾਂ 22 ਨੇ। ਅਤੇ ESM LD ਲਈ 12 ਪੋਸਟਾਂ ਨੇ। ਸਪੋਰਟਸ ਪਰਸਨ ਨੇ ਜਿਹੜੇ ਉਹਨਾਂ ਲਈ 3 ਪੋਸਟਾਂ ਨੇ। ਪਰਸਨ ਵਿਦ ਡਿਸੇਬਿਲਿਟੀ PWD ਬਿਲੋਂਗ ਕਰਦੇ ਜਿਹੜੇ ਪਰਸਨ ਉਹਨਾਂ ਲਈ 1 ਪੋਸਟ ਹੈ। SC ਲਈ 8 ਪੋਸਟਾਂ ਨੇ। SC ਕਾਸਟ ESM DCB ਲਈ 5 ਪੋਸਟਾਂ ਨੇ। ਸ਼ਡਿਊਲ ਕਾਸਟ ਸਪੋਰਟਸ ਨੂੰ ਜਿਹੜੇ ਬਿਲੋਂਗ ਕਰਦੇ ਉਹਨਾਂ ਲਈ 2 ਪੋਸਟਾਂ ਨੇ। ਵਾਲਮੀਕੀ ਮਜ਼੍ਹਬੀ ਅਤੇ ਸਿੱਖਾਂ ਲਈ ਟੋਟਲ 8 ਪੋਸਟਾਂ ਨੇ। ਵਾਲਮੀਕੀ ਮਜ਼੍ਹਬੀ ਸਿੱਖ ESM LDCM 'ਚ ਆਉਂਦੇ ਜਿਹੜੇ ਉਹਨਾਂ ਲਈ 1 ਪੋਸਟ ਹੈ। ਵਾਲਮੀਕੀ ਮਜ਼੍ਹਬੀ ਸਿੱਖ ਸਪੋਰਟਸ ਪਰਸਨ ਨੇ ਜਿਹੜੇ ਉਹਨਾਂ ਲਈ 1 ਪੋਸਟ। ਬੈਕਵਰਡ ਕਲਾਸ BC ਲਈ ਟੋਟਲ 5 ਪੋਸਟਾਂ ਨੇ। ਬੈਕਵਰਡ ਕਲਾਸਿਸ ਲਈ 4 ਪੋਸਟਾਂ ਨੇ। ਇਕੋਨਮੀ ਵੀਕਰ ਸੈਕਸ਼ਨ ਲਈ 5 ਪੋਸਟਾਂ। ਜਿਹੜੇ EWS ਕੈਟੇਗਰੀ ਨੂੰ ਬਿਲੋਂਗ ਕਰਦੇ ਉਹਨਾਂ ਲਈ 5। ਟੋਟਲ ਇਸ ਵਿੱਚ 77 ਪੋਸਟਾਂ ਨੇ। ਠੀਕ ਹੈ। ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹੁਣ ਆਪਾਂ ਨੂੰ। ਇਸ ਵਿੱਚ ਐਜੂਕੇਸ਼ਨ ਕੁਆਲੀਫਿਕੇਸ਼ਨ ਇਹਨਾਂ ਨੇ ਕੀ ਇਸ ਵਿੱਚ ਦੇਖੋ ਬੈਚਲਰ ਡਿਗਰੀ ਮੰਗੀ ਹੈ। ਬੈਚਲਰ ਡਿਗਰੀ ਕੋਈ ਵੀ ਹੋ ਸਕਦੀ ਹੈ ਤੁਹਾਡੇ ਲਈ। BTech BSc BA ਕੋਈ ਵੀ ਹੋ ਸਕਦੀ ਹੈ। ਅਤੇ ਇਸ ਵਿੱਚ ਕੀ ਹੋਊਗਾ, ਕੰਪੀਟੀਟਿਵ ਐਗਜ਼ਾਮ ਹੋਊਗਾ। 2 ਪੇਪਰ ਹੋਣਗੇ, ਪਹਿਲਾਂ ਪ੍ਰੀ ਹੋਊਗਾ, ਫਿਰ ਮੇਨਜ਼ ਹੋਊਗਾ। ਪ੍ਰੀ ਦੇ ਵਿੱਚ ਕੀ ਹੈ, ਸਾਰਾ ਪੇਪਰ GK ਆਊਗੀ। GK 200 ਨੰਬਰ ਦੇ ਪੇਪਰ ਹੋਣਗੇ, ਪ੍ਰੀ ਵੀ ਅਤੇ ਮੇਨਜ਼ ਵੀ। ਠੀਕ ਹੈ। ਅਤੇ ਹੋਰ ਐਲੀਜੀਬਿਲਟੀ ਦੀ ਗੱਲ ਕਰੀਏ, ਇਸ ਵਿੱਚ ਇਹਨਾਂ ਨੇ 10th 'ਚ 10ਵੀਂ ਪਾਸ ਪੰਜਾਬੀ ਹੋਣੀ ਜ਼ਰੂਰੀ ਹੈ, ਪਾਸ ਹੋਈ। ਠੀਕ ਹੈ। ਅਤੇ ਏਜ ਲਿਮਟ ਬਾਰੇ ਗੱਲ ਕਰਦੇ ਆਪਾਂ। ਏਜ ਲਿਮਟ ਦੀ ਇਹਨਾਂ ਨੇ ਗੱਲ ਕੀਤੀ ਹੈ। ਇਸ ਵਿੱਚ ਮਿਨੀਮਮ 21 ਸਾਲ ਹੈ ਅਤੇ ਮੈਕਸੀਮਮ 37 ਸਾਲ ਹੈ। ਅਤੇ ਇਹ ਡੇਟ ਆਪਾਂ ਨੂੰ ਦ ਕੈਂਡੀਡੇਟ ਸ਼ੁੱਡ ਹੈਵ ਅਟੇਨਡ ਦਾ ਏਜ ਆਫ 21 ਈਅਰਸ ਬਟ ਸ਼ੁੱਡ ਨੋਟ ਬੀ ਓਲਡਰ ਦੈਨ 37 ਈਅਰਸ 1 ਜਨਵਰੀ 2020। ਅਤੇ ਏਜ ਕਿਸ ਤਰ੍ਹਾਂ ਕਾਊਂਟ 1 ਜਨਵਰੀ 2020 ਤੱਕ ਦੇਖੀ ਜਾਊਗੀ। ਏਜ 21 ਤੋਂ 37 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ, ਉਹ ਅਪਲਾਈ ਕਰ ਸਕਦਾ। ਅਤੇ ਇਹ ਮੈਂ ਗੱਲ ਦੱਸਣਾ ਚਾਹੁੰਦਾ ਤੁਹਾਨੂੰ, ਡਿਪਟੀ ਸੁਪਰਡੈਂਟ ਪੁਲਿਸ ਲਈ ਇਹਦੇ ਲਈ ਏਜ ਕ੍ਰਾਈਟੀਰੀਆ ਅਲੱਗ ਹੁੰਦਾ। ਇਸ ਲਈ ਏਜ ਕਿੰਨੀ ਹੈ, 21 ਤੋਂ ਲੈ ਕੇ 28 ਤੱਕ ਹੈ ਏਜ। ਠੀਕ ਹੈ। ਅਤੇ ਅੱਪਰ ਏਜ ਲਿਮਟ ਹੈਗੀ ਹੈ ਰਿਲੈਕਸੇਸ਼ਨ ਦੀ 45 ਸਾਲ ਤੱਕ ਮਿਲ ਸਕਦੀ ਹੈ। ਅਤੇ ਸ਼ਡਿਊਲ ਕਾਸਟ ਨੂੰ 33 ਸਾਲ ਤੱਕ ਮਿਲ ਸਕਦੀ ਹੈ। ਸ਼ਡਿਊਲ ਕਾਸਟ ਦੇ BC ਪੰਜਾਬ ਨੂੰ ਜਿਹੜੇ ਬਿਲੋਂਗ ਕਰਦੇ ਉਹਨਾਂ ਲਈ 42 ਸਾਲ। ਅਤੇ ਐਕਸ ਸਰਵਿਸ ਪੰਜਾਬ ਦੇ ਡਾਕੂਮੈਂਟ ਉਹਨਾਂ ਨੂੰ ਵੀ ਰਿਲੈਕਸੇਸ਼ਨ ਦਿੱਤੀ ਜਾਊਗੀ ਇਹ 'ਚ। ਅਤੇ ਨੋਟੀਫਿਕੇਸ਼ਨ ਆਊਟ ਹੋਈ ਹੈ ਪੰਜਾਬ ਚੰਡੀਗੜ੍ਹ। ਹੋਰ ਦੇਖੋ ਇਹਦੇ ਵਿੱਚ ਕੀ ਸਕਿਆ। ਅਤੇ ਤੁਸੀਂ ਆਹ ਅਫੀਸ਼ੀਅਲ ਸਾਈਟ ਹੈ ਇਹਨਾਂ ਦੀ ppsc.gov.in, ਇਹ 'ਤੇ ਜਾ ਕੇ ਅਪਲਾਈ ਕਰ ਸਕਦੇ ਹੋ ਤੁਸੀਂ। ਅਤੇ ਨੋ ਕੈਂਡੀਡੇਟ ਹੂ ਅਪਲਾਈਜ਼ ਫੋਰ ਦਿਸ ਐਗਜ਼ਾਮੀਨੇਸ਼ਨ ਥਰੂ ਐਨੀ ਅਦਰ ਮੀਨਸ ਬਟ ਥਰੂ ਔਨਲਾਈਨ ਐਪਲੀਕੇਸ਼ਨ shall be eligible to take this examination. Candidate who register and fill in online application form would be issued admit card prior to conduct preliminary competitive exam as described in the instruction filling up online. ਇਸ ਵਿੱਚ ਉਹੀ ਦੱਸਿਆ ਕਿ ਔਨਲਾਈਨ ਐਪਲੀਕੇਸ਼ਨ ਫੋਰਮ ਭਰਿਆ ਜਾਊਗਾ, ਉਸ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ, ਉਹ ਤੋਂ ਬਿਨਾਂ ਕੋਈ ਵੀ ਪੇਪਰ ਨਹੀਂ। ਅਤੇ ਸਾਰੀਆਂ ਜਿਹੜੀਆਂ ਸ਼ਰਤਾਂ ਦਿੱਤੀਆਂ ਨੇ ਇਹਨਾਂ ਸਾਰੀਆਂ ਸੈਟਿਸਫਾਈ ਹੋਣੀਆਂ ਚਾਹੀਦੀਆਂ ਨੇ, ਪੂਰੀਆਂ ਕਰਨੀਆਂ ਪੈਣਗੀਆਂ। 2 ਟੈਸਟ ਨੇ ਐਸੈਂਸ਼ੀਅਲ ਸਟੈਪ ਜਿਵੇਂ 10 ਰੱਖਿਆ। ਇਹਦੇ ਵਿੱਚ ਪਹਿਲਾਂ ਪ੍ਰੀ ਟੈਸਟ ਹੋਊ, ਫਿਰ ਮੇਨ ਕੰਪੀਟੀਟਿਵ ਐਗਜ਼ਾਮ ਹੋਊ ਰਿਟਨ। ਪਹਿਲਾਂ ਕੀ ਹੈ, ਸਾਰਾ ਕੰਪੀਟੀਟਿਵ ਐਗਜ਼ਾਮਸ ਹੋਊਗਾ ਦੂਸਰੇ ਵਿੱਚ, ਅਤੇ ਉਹ ਵੀ ਹੈ ਰਿਟਨ ਐਗਜ਼ਾਮ ਵੀ ਹੈ। ਹੁਣ ਦੇਖੋ ਜਿਵੇਂ ਪਹਿਲਾ ਪੇਪਰ 1 ਹੈ ਜਨਰਲ ਸਟੱਡੀਜ਼ ਹੋਊ। ਇਹਦੇ ਵਿੱਚ ਸਾਰੀ GK ਆਊਗੀ। 100 ਕੁਐਸਚਨ ਹੋਣਗੇ, ਹਰ ਇੱਕ ਕੁਐਸਚਨ 2 ਨੰਬਰਾਂ ਦਾ ਹੋਊਗਾ। ਅਤੇ ਟੋਟਲ ਮਾਰਕਸ ਕਿੰਨੇ ਹੈ, 200 ਦਾ। ਦੂਸਰਾ ਵੀ ਮੇਨ ਟੈਸਟ CSAT, ਇਹ 'ਚ 80 ਕੁਐਸਚਨ ਹੋਣਗੇ। ਬਟ ਇਹ ਕੀ ਹੈ, ਸੌਖਾ ਹੋਊ ਪਹਿਲੇ ਨਾਲ, ਕਿਉਂਕਿ ਇਹਦੇ ਵਿੱਚ ਸਾਰੇ ਪੰਜਾਬੀ ਇੰਗਲਿਸ਼ ਸਾਰੇ ਸਬਜੈਕਟ ਆਉਣਗੇ, ਦੂਸਰੇ ਵੀ ਮੈਥ ਰੀਜ਼ਨਿੰਗ। ਅਤੇ ਇਹ ਵੀ ਹੈਗਾ 200 ਨੰਬਰਾਂ ਦੀ। ਬੋਥ ਦਾ ਪੇਪਰਸ ਵਿਲ ਬੀ ਓਬਜੈਕਟਿਵ ਟਾਈਪ ਮਲਟੀਪਲ ਚੋਇਸ ਕੁਐਸਚਨ। ਦੋਨੋਂ ਪੇਪਰ ਹੀ ਹੋਣਗੇ ਓਬਜੈਕਟਿਵ ਟਾਈਪ ਹੋਣਗੇ ਆਪਣੇ। ਈਚ ਪੇਪਰ ਆਫ ਪ੍ਰੀਲਿਮਿਨਰੀ ਐਗਜ਼ਾਮੀਨੇਸ਼ਨ ਵਿਲ ਬੀ 2 ਹਾਰਸ। ਅਤੇ ਪੇਪਰ ਕਿੰਨੇ ਟਾਈਮ ਦਾ ਹੋਊ, 2 ਘੰਟਿਆਂ ਦਾ ਹੋਊਗਾ। ਅਤੇ ਜਿੰਨਾ ਡਿਸੇਬਿਲਿਟੀ ਹੈ ਰਿਲੈਕਸੇਸ਼ਨ ਲਈ 40 ਮਿੰਟ ਐਕਸਟਰਾ ਦਿੱਤੇ ਜਾਣਗੇ।
ਤੇ ਇਹਦੇ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਪਹਿਲੀ ਗੱਲ, ਠੀਕ ਹੈ। ਦਾ ਕੁਐਸਚਨ ਪੇਪਰ ਸ਼ੁੱਡ ਬੀ ਬਾਈਲਿੰਗੁਅਲ ਐਂਡ ਸ਼ੈਡ ਬੀ ਪ੍ਰਿੰਟਡ ਇਨ ਇੰਗਲਿਸ਼ ਐਂਡ ਪੰਜਾਬੀ। ਤੇ ਤੁਸੀਂ ਆਪਦੀ ਲੈਂਗੁਏਜ ਸਿਲੈਕਟ ਕਰ ਸਕਦੇ ਹੋ, ਜੋ ਪੇਪਰ ਫਿਲ ਕਰੋਗੇ ਤੁਸੀਂ ਵੀ ਇੰਗਲਿਸ਼ 'ਚ ਦੇਣਾ ਪੇਪਰ ਕਿ ਪੰਜਾਬੀ 'ਚ, ਉਸ ਹਿਸਾਬ ਨਾਲ ਤੁਸੀਂ ਲੈਂਗੁਏਜ ਸਿਲੈਕਟ ਕਰ ਸਕਦੇ ਹੋ। ਸਟੈਂਡਰਡ ਆਫ ਕੁਐਸਚਨ ਵੁੱਡ ਬੀ ਟੈਸਟ ਦਾ ਨੌਲੇਜ ਐਕਸੈਪਟਡ ਆਫ ਪਰਸਨ ਹੂ ਹੈਵ ਅਟੇਨਡ ਐਜੂਕੇਸ਼ਨ ਲਾਸਟ ਆਫ ਗ੍ਰੈਜੂਏਸ਼ਨ ਲੈਵਲ। ਅਤੇ ਸਟੈਂਡਰਡ ਕਿੱਥੇ ਗ੍ਰੈਜੂਏਸ਼ਨ ਲੈਵਲ ਤੱਕ ਦੀ ਆਊਗੀ ਇਹ 'ਚ, GK ਪੰਜਾਬੀ ਜਿਹੜੀਆਂ ਵੀ ਨੇ, ਠੀਕ ਹੈ। ਅਤੇ ਪੇਪਰ ਦੇਖੋ ਹੁਣ ਜਿਵੇਂ ਬਾਅਦ 'ਚੋਂ ਹੋਣਗੇ ਜਿਹੜੇ ਪੇਪਰ ਆਪਣੇ 7 ਪੇਪਰ ਹੋਣੇ ਇਹਦੇ ਵਿੱਚ। ਪਹਿਲਾ ਪੇਪਰ ਪੰਜਾਬੀ ਦਾ, ਪੰਜਾਬੀ ਕੰਪਲਸਰੀ ਦਾ +2 ਸਟੈਂਡਰਡ, +2 ਤੱਕ ਦਾ ਇਹਦਾ ਸਿਲੇਬਸ ਆਊ ਅਤੇ 100 ਨੰਬਰਾਂ ਦਾ ਪੇਪਰ ਹੋਊਗਾ। ਇਸ ਤੋਂ ਬਾਅਦ ਦੂਜਾ ਪੇਪਰ ਹੈ ਇੰਗਲਿਸ਼ ਕੰਪਲਸਰੀ ਦਾ, ਇਹ ਵੀ +2 ਸਟੈਂਡਰਡ ਤੱਕ ਦਾ ਸਿਲੇਬਸ ਹੋਊ ਅਤੇ ਇਹ ਵੀ 100 ਨੰਬਰਾਂ ਦਾ। ਥਰਡ 'ਚ ਐਸੇ ਆ ਗਿਆ ਡਿਸਕ੍ਰਿਪਟਿਵ ਟੈਸਟ, ਇਹ 150 ਨੰਬਰ ਦਾ। ਫੋਰਥ ਜਨਰਲ ਸਟੱਡੀਜ਼ ਆ ਗਏ, ਹਿਸਟਰੀ, ਜਿਓਗ੍ਰਾਫੀ ਐਂਡ ਸੋਸਾਇਟੀ, ਇਹ ਹੈਗਾ 250 ਨੰਬਰਾਂ ਦਾ। ਫਿਫਥ ਪੇਪਰ 'ਚ ਆ ਗਿਆ ਜਨਰਲ ਸਟੱਡੀ ਪੇਪਰ 2, ਇਹਦੇ ਵਿੱਚ ਕੀ ਆਊਗਾ ਹੁਣ ਇੰਡੀਅਨ ਕੰਸਟੀਟਿਊਸ਼ਨ, ਪੋਲਿਟੀ, ਗਵਰਨਮੈਂਟ, ਇੰਟਰਨੈਸ਼ਨਲ ਰਿਲੇਸ਼ਨਸ ਐਟਸੈਕਟਰਾ, ਇਹ 250 ਨੰਬਰਾਂ ਦਾ। ਇਹ ਵੀ ਜਨਰਲ ਸਟੱਡੀ ਪੇਪਰ ਤੀਜਾ ਹੋਊ। ਫਿਰ ਇਕਨੋਮਿਕ, ਸਟੈਟਿਕਸ ਅਤੇ ਸਿਕਿਉਰਿਟੀ ਇਸ਼ੂਜ਼ ਬਾਰੇ, ਇਹ ਵੀ 250 ਨੰਬਰਾਂ ਦਾ। ਜਨਰਲ ਸਟੱਡੀ ਪੇਪਰ 4 ਹੋਊ, ਸਾਇੰਸ ਐਂਡ ਟੈਕਨੋਲੋਜੀ, ਇਨਵਾਇਰਮੈਂਟ, ਪ੍ਰੋਬਲਮ ਸੋਲਵਿੰਗ ਐਂਡ ਡਿਸੀਜਨ ਮੇਕਿੰਗ, ਇਹ ਵੀ ਪੇਪਰ ਕਿੰਨੇ ਆ 250 ਆ। ਅਤੇ ਲਾਸਟ ਦੇ ਪੇਪਰ ਕਲੀਅਰ ਹੁੰਦੇ ਆ, ਮੇਨਸ ਵੀ ਆਪਣਾ ਕਲੀਅਰ ਹੋ ਜਾਂਦਾ। ਇਸ ਤੋਂ ਬਾਅਦ ਕੀ ਹੋਊ ਇੰਟਰਵਿਊ ਦਾ 150 ਨੰਬਰ ਹੈ ਟੋਟਲ, ਸਾਰਾ ਮਿਲਾ ਕੇ ਪੇਪਰਸ ਨੂੰ 7 ਪੇਪਰਾਂ ਨੂੰ ਅਤੇ ਇੰਟਰਵਿਊ ਨੂੰ ਮਿਲਾ ਕੇ 1500 ਦਾ ਟੋਟਲ ਬਣ ਜਾਂਦਾ, ਠੀਕ ਹੈ। ਅਤੇ ਇਸ ਦੇ ਵਿੱਚ ਦੇਖੋ ਜਿੰਨਾ ਬੱਚਿਆਂ ਦੇ 300 ਤੋਂ ਵੱਧ ਹੋਣਗੇ ਨੰਬਰ, ਉਹਨਾਂ ਨੂੰ ਮੇਨਸ ਲਈ ਚੱਕਣਗੇ, ਠੀਕ ਹੈ। ਮੇਨਸ ਲਈ ਤੁਸੀਂ ਐਲੀਜੀਬਲ ਹੋ। ਅਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਸਾਰੇ ਤੱਕ ਇਹ ਪਹੁੰਚ ਸਕੇ। ਆਲ ਪੇਪਰ ਸ਼ੈਲ ਵੀ ਡਿਸਕ੍ਰਿਪਟਿਵ ਨੇਚਰ, ਡਿਊਰੇਸ਼ਨ ਆਫ ਈਚ ਪੇਪਰ ਵਿਲ ਵੀ 3 ਆਰ। ਜਿਹੜੇ ਆ ਪੇਪਰ ਨੇ ਇਹ ਸਾਰੇ ਡਿਸਕ੍ਰਿਪਟਿਵ ਹੋਣਗੇ ਅਤੇ ਇਹਨਾਂ ਦਾ ਟਾਈਮ ਕਿਊ 3 ਘੰਟੇ ਹੋਊ। ਡਿਟੇਲ ਆਫ ਸਿਲੇਬਸ ਦੱਸਿਆ ਹੋਇਆ ਇਹਨਾਂ ਨੇ, ਦੂਸਰੀ ਅਟੈਚਮੈਂਟ ਲਈ ਉਹ ਤੁਹਾਨੂੰ ਮੈਂ ਇੱਕ ਹੋਰ ਵੀਡੀਓ ਬਣਾ ਦੂੰ, ਉਹਦੇ ਵਿੱਚ ਸਿਲੇਬਸ ਬਾਰੇ ਆਪਾਂ ਡਿਸਕਸ ਕਰ ਲਾਂਗੇ ਸਾਰਾ। ਅਤੇ ਹੋਰ ਕੀ ਕਿਹਾ ਇਹਨਾਂ ਨੇ, ਨੋ ਕੈਂਡੀਡੇਟ ਸ਼ੁੱਡ ਵੀ ਅਪੀਅਰ ਇਨ ਓਬਟੇਨ 45 ਮਾਰਕਸ ਐਗਰੀਗੇਟ ਆਫ ਆਲ ਦਾ ਪੇਪਰ। ਅਤੇ ਸਾਰੇ ਜਿਹੜੇ ਤੁਸੀਂ ਪੇਪਰ ਗ੍ਰੈਜੂਏਸ਼ਨ ਡਿਗਰੀ ਹੋਊ ਤੁਹਾਡੀ, ਬੈਚਲਰ ਡਿਗਰੀ ਉਹਦੇ 45% ਵੱਧ ਮਾਰਕਸ ਹੋਣੇ ਚਾਹੀਦੇ ਆ। ਬਾਕੀ ਇਹਨਾਂ ਰਿਲੈਕਸੇਸ਼ਨ ਦਿੱਤੀ ਹੋਈ SC ST ਜਾਂ ਬੈਕਵਰਡ ਕਲਾਸ, ਉਸ ਹਿਸਾਬ ਨਾਲ 5-10% ਦੀ ਛੂਟ ਮਿਲੀ ਹੋਈ ਆ। ਰੇਟ ਆਫ ਜਨਰਲ ਸਟੱਡੀ ਪੇਪਰ ਮੀਨਸ ਐਗਰੀਗੇਟ ਆਫ ਜਨਰਲ ਸਟੱਡੀ ਪੇਪਰ 1 ਪੇਪਰ 2। ਜਨਰਲ ਸਟੱਡੀ ਐਗਰੀਗੇਟ 'ਚ 4 ਪੇਪਰ ਆ ਜਾਂਦੇ ਜਨਰਲ ਸਟੱਡੀ ਦੇ, ਠੀਕ ਹੈ। ਅਤੇ ਇਹਦੇ ਆਪਾਂ ਜੇ ਚਾਰਜਿਸ ਦੀ ਗੱਲ ਕਰੀਏ, ਔਨਲਾਈਨ ਐਪਲੀਕੇਸ਼ਨ ਚਾਰਜਿਸ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਲਈ ਜਾਂ ਬੈਕਵਰਡ ਕਲਾਸਾਂ ਲਈ ਤਾਂ 500 ਰੁਪਏ, ਐਗਜ਼ਾਮੀਨੇਸ਼ਨ ਫੀਸ 600, 1125 ਰੁਪਏ SC ਲਈ। ਅਤੇ ਐਕਸ ਸਰਵਿਸਮੈਨ ਨੇ ਉਹਨਾਂ ਲਈ 500 ਰੁਪਏ ਟੋਟਲ। ਅਤੇ ਆਲ ਅਦਰ ਕੈਟੇਗਰੀਆਂ ਆਉਂਦੀਆਂ ਜਿਹੜੇ ਲੀਨੀਅਰ ਐਕਸ ਸਰਵਿਸਮੈਨ ਸਾਰਿਆਂ ਦੀ ਲਈ, ਜਰਨਲ ਵੀ ਵਿੱਚ ਆ ਜਾਂਦੇ ਕੈਟੇਗਰੀ ਇਹਦੇ ਵਿੱਚ, ਉਹਨਾਂ ਲਈ 3000 ਫੀਸ ਹੈ ਇਹਦੀ ਟੋਟਲ। ਜਿਹੜੇ ਫਿਜ਼ੀਕਲ ਹੈਂਡੀਕੈਪਡ ਨੇ ਅਤੇ ਪੰਜਾਬ ਨੂੰ ਬਿਲੋਂਗ ਕਰਦੇ ਆ ਉਹਨਾਂ ਲਈ 1750 ਰੁਪਏ। ਐਪਲੀਕੇਸ਼ਨ ਫੀਸ ਚਲਾਨ ਦੇ ਥਰੂ ਭਰੀ ਜਾਊ SB ਸਟੇਟ ਬੈਂਕ ਆਫ ਪਟਿਆਲਾ 'ਚ, ਅਤੇ ਨੋਨ ਰਿਫੰਡੇਬਲ ਹੋਵੇਗੀ। ਅਤੇ ਲਾਸਟ ਡੇਟ ਫॉर ਫਿਲਿੰਗ ਐਪਲੀਕੇਸ਼ਨ ਦੇਖ ਸਕਦੇ ਹੋ ਤੁਸੀਂ 30/6/2020 ਹੈ ਲਾਸਟ, ਅਤੇ ਅਪਲਾਈ ਹੋਣੇ ਇਹ ਫੋਰਮ ਸ਼ੁਰੂ ਹੋ ਚੁੱਕੇ ਨੇ। ਅਤੇ ਫੀ ਡਿਪੋਜ਼ਿਟ ਕਰਾਉਣ ਦੀ 7/7/2020 ਹੈ। ਅਤੇ ਇਹਦੇ ਲਈ ਕੀ ਸਿਟੀਜ਼ਨ ਆਫ ਇੰਡੀਆ, ਨੇਪਾਲ, ਭੂਟਾਨ, ਟਿਬੇਟ, ਫਿਜੀ 1962 ਤੋਂ ਪਹਿਲਾਂ ਹੋਣੇ ਚਾਹੀਦੇ, ਉਹੀ ਇਹਨੂੰ ਅਪਲਾਈ ਕਰ ਸਕਦੇ ਆ। ਅਤੇ ਇਹਦੇ ਵਿੱਚ ਦਾ ਕੈਂਡੀਡੇਟਸ ਹੂ ਆਪਸ਼ਨ ਪੰਜਾਬ ਪੁਲਿਸ ਸਰਵਿਸ ਹੂ ਕੁਆਲੀਫਾਈ ਦਾ ਮੇਨ ਕੰਪੀਟੀਟਿਵ ਐਗਜ਼ਾਮ, ਕੁਆਲੀਫਾਈ ਦਾ ਫਿਜ਼ੀਕਲ ਟੈਸਟ, ਜਿਹੜੇ ਕੁਆਲੀਫਾਈ ਕਰਦੇ PPSC ਦਾ ਫਿਜ਼ੀਕਲ ਟੈਸਟ ਕੁਆਲੀਫਾਈ ਕਰਦੇ ਇਹਨਾਂ ਨੇ ਕੁਛ ਕੁ ਹਦਾਇਤਾਂ ਦਿੱਤੀਆਂ ਨੇ, ਜਿਵੇਂ ਹਾਈਟ ਬਾਰੇ ਮੈਨਜ਼ ਲਈ ਹਾਈਟ ਦੇ ਦਿੱਤੀਆਂ ਨੇ 5 ਫੁੱਟ 7 ਇੰਚ, ਵੂਮੈਨਜ਼ ਲਈ 5 ਫੁੱਟ 3 ਇੰਚ। ਅਤੇ ਐਪਲੀਕੇਬਲ ਫॉर ਚੈਸਟ ਮੇਜਰਮੈਂਟ ਹੈ ਮੈਨਜ਼ ਲਈ ਅਨਐਕਸਪੈਂਡਡ 33 ਇੰਚ ਅਤੇ ਐਕਸਪੈਂਡਡ ਲਈ 34.5 ਇੰਚ ਹੋਣੀ ਚਾਹੀਦੀ ਹੈ, ਠੀਕ ਹੈ। ਅਤੇ ਇਸ ਵਿੱਚ ਮੇਲ ਕੈਂਡੀਡੇਟਸ ਲਈ 1600 ਮੀਟਰ ਦੀ ਰੇਸ ਹੈ, ਲੌਂਗ ਜੰਪ ਹੈ, ਹਾਈ ਜੰਪ, ਵਰਟੀਕਲ ਰੋਪ। ਅਤੇ ਗਰਲਜ਼ ਲਈ 800 ਮੀਟਰ ਦੀ ਰੇਸ, ਲੌਂਗ ਜੰਪ, ਹਾਈ ਜੰਪ, ਸ਼ਟਲ ਹੈ। ਜਨਰਲ ਕੈਟੇਗਰੀ ਅਟੈਂਪਟਸ ਨੇ ਇਹ ਜੇ ਕਿੰਨੇ ਵਾਰੀ ਤੁਸੀਂ ਅਟੈਂਪਟ ਕਰ ਸਕਦੇ ਹੋ PCS ਦਾ ਪੇਪਰ। ਜਨਰਲ ਕੈਟੇਗਰੀ ਲਈ 6 ਹੈ, ਬੈਕਵਰਡ ਕਲਾਸਿਸ 9 ਵਾਰੀ ਅਟੈਂਪਟ ਕਰ ਸਕਦੇ, ਸ਼ਡਿਊਲ ਕਾਸਟ ਲਈ ਕੋਈ ਲਿਮਟ ਨਹੀਂ, ਕਿੰਨੇ ਵਾਰੀ ਵੀ ਉਹ ਅਟੈਂਪਟ ਕਰ ਸਕਦਾ। ਅਤੇ ਐਕਸ ਸਰਵਿਸਮੈਨ ਹੁੰਦੇ ਉਹਨਾਂ ਲਈ 4 ਅਟੈਂਪਟ ਹੁੰਦੇ ਆ। ਐਗਜ਼ਾਮੀਨੇਸ਼ਨ ਫੀ ਡਿਪੋਜ਼ਿਟ ਬਾਈ ਮੀਨਸ ਅਦਰ ਦੈਨ ਬੈਂਕ ਚਲਾਨ ਇਨ ਐਨੀ ਬ੍ਰਾਂਚ ਆਫ ਸਟੇਟ ਬੈਂਕ ਆਫ ਪਟਿਆਲਾ। ਇਹ ਬੈਂਕ ਚਲਾਨ ਭਰੀ ਜਾਊਗੀ। ਕੈਟੇਗਰੀ ਆ ਕੋਡਸ ਨੇ ਕੈਟੇਗਰੀਜ਼ ਦੇ। SC ST ਬਿਲੋਂਗਿੰਗ ਟੂ ਅਦਰ ਸਟੇਟਸ ਆਰ ਰਿਕੁਆਇਰਡ ਟੂ ਫਿਲ ਦੇਅਰ ਕੈਟੇਗਰੀ ਕੋਡ 71। ਜਿਹੜੇ ਦੂਸਰੀਆਂ ਸਟੇਟਾਂ ਬਾਹਰੋਂ ਬਿਲੋਂਗ ਕਰਦੇ ਉਹ ਜਨਰਲ ਕੈਟੇਗਰੀ 'ਚ ਹੀ ਫਿਲ ਕਰ ਸਕਦੇ ਆ ਪੋਸਟ। ਕੈਟੇਗਰੀ ਵਾਂਸ ਫਿਲਡ ਬਾਏ ਦਾ ਕੈਂਡੀਡੇਟ ਸ਼ੈਲ ਬੀ ਰਜਿਸਟਰਡ ਐਂਡ ਨੋ ਚੇਂਜ ਸ਼ੁੱਡ ਬੀ ਪਰਮਿਟਡ ਐਟ ਦਾ ਸਟੇਜ ਉਹਦੇ। ਕੈਟੇਗਰੀ ਤੁਸੀਂ ਧਿਆਨ ਨਾਲ ਭਰ ਸਕਦੇ ਹੋ, ਜੇ ਇੱਕ ਵਾਰੀ ਭਰੀ ਦੁਬਾਰਾ ਚੇਂਜ ਨਹੀਂ ਹੋਵੇਗੀ।
ਇਸ ਵਿੱਚ ਹੋਰ ਕੀ ਦੱਸਿਆ ਗਿਆ ਹੈ, ਜਨਰਲ ਡਿਊਟੀ ਸੁਪਰੀਡੈਂਟ ਸਰਵਿਸ ppsc.gov.in ਸਾਈਟ 'ਤੇ ਹੈ। ਠੀਕ ਆ, ਬਸ ਇਹਦੇ ਵਿੱਚ ਇਸ ਵਾਰ ਹੀ ਦੱਸਿਆ ਗਿਆ। ਓਕੇ ਗਾਈਸ, ਥੈਂਕ ਯੂ। ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤਾਂ ਕਿ ਇਹ ਸਾਰੀ ਇਨਫੋਰਮੇਸ਼ਨ ਸਾਰਿਆਂ ਤੱਕ ਪਹੁੰਚ ਸਕੇ। ਬਹੁਤ ਵਧੀਆ ਖਬਰ ਹੈ। 77 ਪੋਸਟਾਂ ਨੇ ਟੋਟਲ, ਤੁਸੀਂ ਅਪਲਾਈ ਕਰ ਸਕਦੇ ਹੋ ਔਨਲਾਈਨ ਅਤੇ ਇਹਦੀ ਤਿਆਰੀ ਵੀ ਸ਼ੁਰੂ ਕਰ ਸਕਦੇ ਹੋ।